सो दोस्तों एक बार फिर स्वागत करते हैं ਤੁਹਾਡਾ ਦਾ ਇਮੀਗ੍ਰੇਸ਼ਨ ਲਾਉਂਜ ਦੇ YouTube ਚੈਨਲ ਤੇ Facebook ਸਕਸੈਸ ਸਟੋਰੀ ਪੇਜ ਤੇ। ਸੋ ਅੱਜ ਮੌਕਾ ਹੈਗਾ ਮੁਬਾਰਕਾਂ ਦੇਣ ਦਾ ਮਿਸਟਰ ਵਰਿੰਦਰਪਾਲ ਸਿੰਘ ਨੂੰ, ਜੋ ਕਿ ਧੀਨਾ ਨੂੰ ਬਿਲੋਂਗ ਕਰਦੇ ਨੇ, ਡਿਸਟ੍ਰਿਕਟ ਜਲੰਧਰ, ਤਹਿਸੀਲ ਜਲੰਧਰ। ਤੇ ਇਹਨਾਂ ਦੀ ਜਿਹੜੀ ਅਪਰੂਵਲ ਸਾਨੂੰ ਰਿਸੀਵ ਹੋਈ ਹੈਗੀ ਹੈ ਜੀ, ਇਹਨਾਂ ਦਾ ਪਾਸਪੋਰਟ ਵੀ ਇਵਨ ਸਟੈਂਪ ਹੋ ਕੇ ਆ ਗਿਆ। ਸੋ ਉਹ ਹੈਗੀ ਜੀ ਸਪਾਊਜ਼ਲ ਸਪਾਂਸਰਸ਼ਿਪ। ਸੋ ਦਿਸ ਇਜ਼ ਅ ਡਿਫਰੈਂਟ ਐਪਲੀਕੇਸ਼ਨ, ਜਿੱਦਾਂ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਜੀ ਸਪਾਊਜ਼ਲ ਓਪਨ ਵਰਕ ਪਰਮਿਟ। ਸੋ ਦਿਸ ਐਪਲੀਕੇਸ਼ਨ ਇਜ਼ ਡਿਫਰੈਂਟ, ਦਿਸ ਇਜ਼ ਫੈਮਿਲੀ ਕਲਾਸ ਸਪਾਂਸਰਸ਼ਿਪ। ਜਿਹੜਾ ਅਸੀਂ ਵਰਡ ਯੂਜ਼ ਕਰਦੇ ਹਾਂ ਸਪਾਂਸਰਸ਼ਿਪ, ਹਮੇਸ਼ਾ ਅਸੀਂ ਗੱਲ ਕੀਤੀ ਜਾਂਦੀ ਜੀ ਸਾਨੂੰ ਸਪਾਂਸਰ ਆਈ ਹੈ, ਸਪਾਂਸਰ ਆਈ ਹੈ। ਸੋ ਐਕਚੁਅਲ ਜਿਹੜੀ ਸਪਾਂਸਰਸ਼ਿਪ ਹੁੰਦੀ ਹੈ ਉਹ ਫੈਮਿਲੀ ਕਲਾਸ ਦੀ ਸਪਾਂਸਰਸ਼ਿਪ ਥਰੂ ਅ ਸਪਾਊਜ਼ ਜਿਹਨੂੰ ਅਸੀਂ ਕਹਿੰਦੇ ਹਾਂ। ਸੋ ਦਿਸ ਇਜ਼ ਦਿਸ ਐਪਲੀਕੇਸ਼ਨ ਰਾਈਟ। ਸੋ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਵਰਿੰਦਰ ਜੀ, ਇਹ ਤੁਹਾਡਾ ਜੀ ਪਾਸਪੋਰਟ ਐਂਡ ਤੁਹਾਡੀ ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸ ਜਿਹੜੀ ਕੈਨੇਡਾ ਤੋਂ ਰਿਸੀਵ ਹੋਈ ਹੈ। ਥੈਂਕ ਯੂ, ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ। ਅੱਜ ਇਸ ਇੰਟਰਵਿਊ ਰਾਹੀਂ ਥੋੜ੍ਹਾ ਤੁਹਾਡਾ ਜੇ ਰਿਵਿਊਜ਼ ਤੁਹਾਡੇ ਲਵਾਂਗੇ ਹੈ ਨਾ, ਕਿ ਓਵਰਆਲ ਤੁਹਾਡੀ ਪ੍ਰੋਸੈਸ ਕਿਸ ਤਰ੍ਹਾਂ ਦੀ ਰਹੀ ਤੇ ਕਿੱਦਾਂ ਤੁਹਾਡਾ ਓਵਰਆਲ ਐਕਸਪੀਰੀਅੰਸ ਰਿਹਾ ਹੈ ਨਾ ਇਮੀਗ੍ਰੇਸ਼ਨ ਲਾਉਂਜ ਨਾਲ ਤੁਹਾਡੀ ਓਵਰਆਲ ਪ੍ਰੋਸੈਸਿੰਗ ਦਾ। ਸੋ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਦੱਸੋ, ਤੁਹਾਨੂੰ ਇਮੀਗ੍ਰੇਸ਼ਨ ਲਾਉਂਜ ਬਾਰੇ ਪਤਾ ਕਿਸ ਤਰ੍ਹਾਂ ਲੱਗਿਆ? ਕਿਸੇ ਨੇ ਰੈਫਰੈਂਸ ਪਾਇਆ ਸੀ ਜਾਂ ਕਿਸ ਤਰ੍ਹਾਂ? ਇਹ ਅਸੀਂ ਬਹੁਤ ਟਾਈਮ ਤੋਂ ਜਿਵੇਂ ਮੈਰਿਜ ਤੋਂ ਬਾਅਦ ਲੱਭ ਰਹੇ ਸੀ ਕੋਈ ਵਧੀਆ ਕੰਸਲਟੈਂਟ, ਸਾਨੂੰ ਪਤਾ ਨਹੀਂ ਲੱਗ ਰਿਹਾ ਸੀ। ਫਿਰ ਮੈਂ ਗੂਗਲ ਤੇ ਸਰਚ ਮਾਰੀ ਕਿ ਜਿਹੜੇ ਵਧੀਆ ਕੰਸਲਟੈਂਟ ਜਲੰਧਰ 'ਚ ਹੈਗੇ ਨੇ। ਓਕੇ। ਤੇ ਤੁਹਾਡਾ ਇਮੀਗ੍ਰੇਸ਼ਨ ਕੰਸਲਟੈਂਟ ਦਾ ਇਟ ਕੇਮ ਅਪ। ਓਕੇ। ਤੇ ਫਿਰ ਉੱਥੇ ਮੈਂ ਇਹਨਾਂ ਦੀ ਵੈਬਸਾਈਟ ਤੇ ਹੀ ਇੱਕ ਕਾਲ ਬੈਕ ਲਈ ਰਿਕੁਐਸਟ ਪਾਈ ਸੀ ਤੇ ਨੈਕਸਟ ਡੇ ਮੈਨੂੰ ਇਮੀਡੀਏਟਲੀ ਮਾਰਨਿੰਗ 'ਚ ਹੀ ਕਾਲ ਬੈਕ ਆ ਗਈ ਸੀ। ਓਕੇ। ਸੋ ਸਿਸਟਮ ਰਿਸਪੌਂਸ ਆ ਗਿਆ ਸੀ ਤੇ ਫਿਰ ਉਹਨਾਂ ਨੇ ਮੈਂ ਆਫਿਸ ਇਹਨਾਂ ਦਾ ਵਿਜ਼ਿਟ ਕੀਤਾ। ਓਕੇ। ਤੇ ਫਿਰ ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਨੇ ਚੰਗੀ ਤਰ੍ਹਾਂ ਸਮਝਾਇਆ ਮੈਨੂੰ ਕਿ ਕਿੱਦਾਂ ਪ੍ਰੋਸੈਸ ਕੰਮ ਕਰਦਾ ਹੈ। ਤੇ ਫਿਰ ਮੈਂ ਡਿਸਾਈਡ ਇਹਨਾਂ ਦਾ ਕੰਸਲਟ ਕਰਨਾ, ਪਤਾ ਲੱਗਾ ਕਿ ਮਤਲਬ ਦੇ ਆਰ ਵੈਲ ਵਰਸਡ ਵਿਦ ਆਲ ਦ ਇਮੀਗ੍ਰੇਸ਼ਨ ਪਾਲਿਸੀਜ਼। ਓਕੇ। ਤੇ ਉਸ ਤੋਂ ਬਾਅਦ ਫਿਰ ਮੈਂ ਵਾਈਫ ਨਾਲ ਡਿਸਕਸ ਕਰਕੇ ਪਲਾਨ ਕੀਤਾ ਕਿ ਇਹਨਾਂ ਕੋਈ ਆਪਣੀ ਫਿਰ ਫਾਈਲ ਹੀ ਪ੍ਰੋਸੈਸ ਕਰਵਾਵਾਂਗੇ। ਤੁਹਾਡੇ ਵਾਈਫ ਬੇਸਿਕਲੀ ਕੈਨੇਡਾ 'ਚ ਪੀਆਰ ਹੈਗੇ ਨੇ। ਸੋ ਦੋਸਤੋ ਮੈਂ ਦੱਸਣਾ ਚਾਹਾਂਗਾ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਸਪਾਊਜ਼ਲ ਸਪਾਂਸਰਸ਼ਿਪ ਦੀ, ਉਹ ਬੇਸਿਕਲੀ ਡਿਫਰੈਂਸ ਕੀ ਹੈਗਾ ਓਪਨ ਵਰਕ ਪਰਮਿਟ ਦੀ ਜਿਹੜੀ ਸਪਾਂਸਰਸ਼ਿਪ ਆਪਾਂ ਕਹਿੰਦੇ ਹਾਂ ਨਾਰਮਲ ਯੂਜ਼ ਕਰਦੇ ਹਾਂ, ਸਪਾਊਜ਼ਲ ਓਪਨ ਵਰਕ ਪਰਮਿਟ ਐਂਡ ਸਪਾਊਜ਼ਲ ਸਪਾਂਸਰਸ਼ਿਪ। ਸੋ ਇਹਨਾਂ ਦੇ ਕੇਸ 'ਚ ਵਰਿੰਦਰਪਾਲ ਸਿੰਘ ਜੀ ਦੀ ਜਿਹੜੀ ਮੈਰਿਜ ਹੋਈ ਹੈ, ਸੋ ਇਹਨਾਂ ਦੇ ਵਾਈਫ ਇਜ਼ ਅ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ, ਆਲਰੇਡੀ ਉਹ ਕੈਨੇਡੀਅਨ ਪੀਆਰ ਹੈਗੇ ਹੈ। ਤੇ ਆਫਟਰ ਮੈਰਿਜ ਨਾਓ ਸ਼ੀ ਵਾਂਟਸ ਟੂ ਸਪਾਂਸਰ ਹਰ ਸਪਾਊਜ਼ ਫਰੋਮ ਇੰਡੀਆ ਟੂ ਕੈਨੇਡਾ ਔਨ ਡਾਇਰੈਕਟ ਪੀਆਰ। ਸੋ ਵਰਿੰਦਰ ਜੀ ਦੀ ਇੱਥੋਂ ਡਾਇਰੈਕਟ ਪੀਆਰ ਲੱਗੀ ਹੈ ਬਿਕੋਜ਼ ਇਹਨਾਂ ਦੇ ਵਾਈਫ ਨੇ ਇਹਨਾਂ ਨੂੰ ਫੈਮਿਲੀ ਕਲਾਸ ਸਪਾਂਸਰਸ਼ਿਪ ਦੇ ਅੰਦਰ ਸਪਾਂਸਰ ਕੀਤਾ ਹੈ। ਸੋ ਇੱਥੇ ਨਾਲ ਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜਿਹੜੀ ਇਹ ਓਵਰਆਲ ਐਪਲੀਕੇਸ਼ਨ ਹੈ, ਫੈਮਿਲੀ ਕਲਾਸ ਸਪਾਂਸਰਸ਼ਿਪ ਦੀ ਐਪਲੀਕੇਸ਼ਨ ਹੈ, ਇਹ ਕਿਸੇ ਹੱਦ ਤੱਕ ਬਹੁਤ ਕਹਿ ਲਓ ਕ੍ਰਿਟੀਕਲ ਹੋ ਸਕਦੀ ਹੈ ਜੇ ਤੁਹਾਡਾ ਜਿਹੜਾ ਐਪਲੀਕੇਸ਼ਨ ਹੈਂਡਲ ਕਰਨ ਵਾਲਾ ਕੰਸਲਟੈਂਟ ਜਿਹੜਾ ਹੈਗਾ, ਇਫ ਹੀ ਇਜ਼ ਨਾਟ ਵੈਲ ਵਰਸਡ ਵਿਦ ਦਾ complexities of this kind of application, because ਇਹਦੇ ਅੰਦਰ right from the starting point ਸਭ ਤੋਂ ਪਹਿਲਾਂ ਜਿਹੜਾ ਇੰਪੋਰਟੈਂਟ ਐਸਪੈਕਟ ਹੈਗਾ ਉਹ ਹੁੰਦਾ ਜੀ ਸਪਾਂਸਰ ਵੈਦਰ ਤੁਹਾਡਾ ਜਿਹੜਾ ਹੈਗਾ ਐਲੀਜੀਬਲ ਹੈਗਾ ਕਿ ਨਹੀਂ ਹੈ। ਬਿਕੋਜ਼ ਦੇਰ ਆਰ ਸੋ ਮੈਨੀ ਐਸਪੈਕਟਸ ਕਿ ਸਪਾਂਸਰ ਦੀ ਐਲੀਜੀਬਿਲਿਟੀ ਨੂੰ ਪਹਿਲਾਂ ਅਸੈਸ ਕਰਨਾ ਪੈਂਦਾ ਹੈ, ਦੈਨ ਉਸ ਤੋਂ ਬਾਅਦ ਬੋਨਾਫਾਈਡਸ ਜੈਨੂਇਨਨੈਸ ਆਫ ਮੈਰਿਜ ਜਿਹੜੀ ਹੈਗੀ ਹੈ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇਸ ਐਪਲੀਕੇਸ਼ਨ 'ਚ। ਦੈਨ ਓਬਵੀਅਸਲੀ ਉਸ ਤੋਂ ਬਾਅਦ ਜਿਹੜਾ ਐਪਲੀਕੈਂਟ ਹਿਮਸੈਲਫ ਜਿਹੜੇ ਕਿ ਇੱਥੇ ਇੰਡੀਆ 'ਚ ਹੈਗੇ ਹੈ, ਇਹਨਾਂ ਦਾ ਬੈਕਗਰਾਊਂਡ, ਇਹਨਾਂ ਦੀ ਓਵਰਆਲ ਜਿਹੜਾ ਪ੍ਰੋਫਾਈਲ ਦੀ ਜਿਹੜੀ ਡਿਟੇਲਿੰਗ ਸਾਰੀ ਸਬਮਿਟ ਹੁੰਦੀ ਹੈ। ਸੋ ਉਹਦੇ ਬੇਸ 'ਤੇ ਹੀ ਇਸ ਐਪਲੀਕੇਸ਼ਨ ਦੀ ਅਪਰੂਵਲ ਜਾਂ ਐਪਲੀਕੇਸ਼ਨ ਦੇ ਵਿੱਚ ਕੋਈ ਚੈਲੰਜ ਜਿਹੜਾ ਹੈਗਾ ਜੇ ਅਰਾਈਜ਼ ਹੁੰਦਾ ਹੈ ਤੇ ਉਹ ਡਿਸਾਈਡ ਹੁੰਦਾ ਹੈ ਅਲਟੀਮੇਟਲੀ। ਸੋ ਵਰਿੰਦਰ ਜੀ ਨੂੰ ਫਾਈਨਲੀ ਅਪਰੂਵਲ ਮਿਲੀ ਹੈ। ਵਰਿੰਦਰ ਜੀ ਓਵਰਆਲ ਕਿੰਨਾ ਟਾਈਮ ਲੱਗ ਗਿਆ, ਕਦੋਂ ਐਪਲੀਕੇਸ਼ਨ ਸਬਮਿਟ ਹੋਈ ਸੀ ਤੁਹਾਡੀ? ਜੀ ਮੇਰੀ ਮੈਰਿਜ ਹੋਈ ਸੀ ਜੂਨ ਮੰਥ ਵਿੱਚ ਲਾਸਟ ਈਅਰ, ਜੂਨ 2022। ਓਕੇ। ਤੇ ਬਾਕੀ ਮੈਰਿਜ ਸਰਟੀਫਿਕੇਟ ਵਗੈਰਾ ਰੈਡੀ ਕਰਦੇ ਹੋਏ ਜੁਲਾਈ ਸਾਡਾ ਨਿਕਲ ਗਿਆ ਤੇ ਅਸੀਂ ਅਕਤੂਬਰ 20 ਨੂੰ ਜਤਿਨ ਜੀ ਨੇ ਫਾਈਲ ਸਾਡੀ ਸਬਮਿਟ ਕਰਤੀ ਸੀ। 20 ਅਕਤੂਬਰ ਨੂੰ ਇਹਨਾਂ ਦੀ ਫਾਈਲ ਸਬਮਿਟ ਹੋ ਗਈ ਸੀਗੀ। ਸੋ ਫਾਈਨਲ ਡਿਸੀਜਨ ਸਾਨੂੰ ਕਦੋਂ ਮਿਲਿਆ? ਫਾਈਨਲ ਡਿਸੀਜਨ ਸਾਨੂੰ ਪਾਸਪੋਰਟ ਰਿਕੁਐਸਟ ਆ ਗਈ ਸੀ 17 ਮਈ ਨੂੰ, ਸਾਨੂੰ ਪਾਸਪੋਰਟ ਰਿਕੁਐਸਟ ਅਪਰੂਵ, ਤੁਹਾਡਾ ਕੇਸ ਅਪਰੂਵ ਹੋ ਚੁੱਕਿਆ ਸੀ ਸਾਡਾ 17 ਮਈ ਨੂੰ। ਸੋ ਵਰਿੰਦਰ ਜੀ ਓਵਰਆਲ ਡਿਊਰਿੰਗ ਦਾ ਹੋਲ ਪ੍ਰੋਸੈਸ, ਜਿਵੇਂ ਅਸੀਂ ਆਲਮੋਸਟ ਕਹਿ ਲਓ ਕਿ ਅਕਤੂਬਰ ਤੋਂ ਅਸੀਂ ਪ੍ਰੋਸੈਸ ਸਟਾਰਟ ਕੀਤੀ ਹੈ ਨਾ, ਅਕਤੂਬਰ, ਨਵੰਬਰ, ਦਸੰਬਰ, ਆਲਮੋਸਟ ਕਹਿ ਲਓ ਕਿ 8 ਮਹੀਨੇ ਹੋ ਗਏ। ਸੋ ਡਿਊਰਿੰਗ ਦਾ ਹੋਲ ਪ੍ਰੋਸੈਸ 8 ਮਹੀਨੇ 'ਚ ਕਦੀ ਤੁਹਾਨੂੰ ਲੱਗਿਆ ਕਿ ਕੋਈ ਰਿਸਪੌਂਸ 'ਚ ਸਾਡੇ ਵੱਲੋਂ ਕਿਸੇ ਤਰੀਕੇ ਦੀ ਕਮੀ ਹੈਗੀ ਹੈ ਜਾਂ ਕਿਸ ਤਰ੍ਹਾਂ ਲੱਗਿਆ ਓਵਰਆਲ ਸਿਸਟਮ? ਓਵਰਆਲ ਇਨੀਸ਼ੀਅਲੀ ਜਦੋਂ ਮੈਂ ਪਹਿਲੀ ਕੰਸਲਟ ਕੀਤਾ, ਰਿਟੇਨਰ ਸਾਈਨ ਕੀਤਾ, ਉਦੋਂ ਹੀ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਪ੍ਰੀਪੇਅਰਡ ਚੈੱਕਲਿਸਟ ਤੇ ਫਾਰਮਸ ਵਗੈਰਾ ਦੇ ਦਿੱਤੀ ਗਈ ਫॉर ਈਜ਼ ਆਰ ਅੰਡਰਸਟੈਂਡਿੰਗ, ਕਿਉਂਕਿ ਕਈ ਫਾਰਮਸ ਲੀਗਲ ਲੈਂਗੁਏਜ ਲਿਖੇ ਹੁੰਦੇ, ਸਾਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ। ਇਹਨਾਂ ਨੇ ਸਿੰਪਲੀਫਾਈ ਕਰਕੇ ਉਹਨਾਂ ਨੂੰ ਸਾਨੂੰ ਦਿੱਤੇ ਤੇ ਅਸੀਂ ਉਹਨਾਂ ਨੂੰ ਭਰ ਕੇ, ਤੇ ਜੇ ਕੋਈ ਡਾਊਟ ਸੀ ਸਾਨੂੰ ਇਮੀਡੀਏਟਲੀ ਅਵੇਲੇਬਲ ਸੀ, ਕਦੀ ਵੀ ਕਾਲ ਕਰਕੇ ਕੋਈ ਡਾਊਟ ਪੁੱਛ ਸਕਦੇ ਸੀ। ਫਿਰ ਸਾਰਾ ਕੁਝ ਹੀ ਚੰਗੀ ਤਰ੍ਹਾਂ ਇਹਨਾਂ ਨੂੰ ਕਰੀਬ 2 ਵੀਕਸ ਲੱਗੇ ਇਹਨਾਂ ਨੂੰ ਪੂਰਾ ਸਾਡੀ ਫਾਈਲ ਅਸੈਸ ਕਰਨ ਲਈ। ਇਹਨਾਂ ਨੇ ਕਿਹਾ ਡਾਕੂਮੈਂਟਸ ਕੰਪਲੀਟ ਨੇ ਸਾਰੇ,
ਤੇ ਫਿਰ ਆਪਾਂ ਸਬਮਿਟ ਕੀਤੇ ਤੇ ਇੱਕ ਵਾਰ ਸਬਮਿਟ ਹੋ ਗਏ ਉਸ ਤੋਂ ਬਾਅਦ ਇਹਨਾਂ ਵੱਲੋਂ ਕੋਈ ਡਾਕੂਮੈਂਟਸ ਇੱਦਾਂ ਦੀ ਸਾਨੂੰ ਐਮਬੈਸੀ ਵੱਲੋਂ ਵੀ ਕੋਈ ਇੱਦਾਂ ਦੀ ਨਹੀਂ ਹੈ ਕਿ ਡਾਕੂਮੈਂਟ ਇਨਕੰਪਲੀਟ ਨੇ ਤੁਹਾਡੇ ਜਾਂ ਕਲੀਅਰ ਨਹੀਂ ਹੈਗੇ ਜਾਂ ਕੋਈ ਚੀਜ਼ ਡਾਊਟਫੁਲ ਹੈ। ਇੱਕ ਵਾਰੀ ਸਬਮਿਟ ਕੀਤੇ ਦੁਬਾਰਾ ਇਹਨਾਂ ਕੋਲ ਕੋਈ ਵੀ ਡਾਕੂਮੈਂਟ ਦੀ ਰਿਕੁਐਸਟ ਸਾਡੇ ਕੋਲ ਵਾਰ-ਵਾਰ ਨਹੀਂ ਹੈਗੀ, ਤੰਗ ਨਹੀਂ ਕਰ ਰਹੇ ਸੀ ਵਾਰ-ਵਾਰ ਕਿ ਆਹ ਡਾਕੂਮੈਂਟ ਰਹਿ ਗਿਆ ਤੁਹਾਡਾ, ਆਹ ਸਾਨੂੰ ਸਭ ਆਹ ਵਾਲਾ ਚਾਹੀਦਾ ਹੈ। ਇੱਕੋ ਵਾਰੀ ਅਸੀਂ ਸਾਰੇ ਡਾਕੂਮੈਂਟਸ ਪ੍ਰਿਪੇਅਰ ਕੀਤੇ, ਅਬਾਊਟ 2 ਹਫ਼ਤੇ ਲੱਗੇ ਸਾਨੂੰ, ਦੈਨ ਦੈਟ ਵਾਸ ਫਾਈਨਲ। ਉਸ ਤੋਂ ਬਾਅਦ ਆਪਾਂ ਸਬਮਿਟ ਕਰਤੀ ਫਾਈਲ, ਤੇ ਉਸ ਤੋਂ ਬਾਅਦ ਕੋਈ ਵੀ ਮੈਨੂੰ ਪ੍ਰੋਬਲਮ ਨਹੀਂ ਆਈ ਕਿ ਡਾਕੂਮੈਂਟੇਸ਼ਨ ਦੀ ਕਿ ਵਾਰ-ਵਾਰ ਆਫਿਸ ਆਉਣਾ ਪੈ ਰਿਹਾ। ਜੋ ਕੋਈ ਪ੍ਰੋਬਲਮ ਵੀ ਸੀ ਤੇ ਇਮੀਡੀਏਟਲੀ ਕੋਈ ਕੁਐਰੀ ਸੀ ਫੋਨ ਤੇ ਇਮੀਡੀਏਟਲੀ ਆਨਸਰ ਕਰਦੇ ਸੀ, ਅਵੇਲੇਬਲ ਰਹਿੰਦੇ ਸੀ ਹਮੇਸ਼ਾ। ਤੇ ਮੈਂ ਵਿੱਚ ਜੌਬ ਤੇ ਵੀ ਚਲਾ ਗਿਆ, ਉਦੋਂ ਵੀ ਕੰਟੀਨਿਊਸਲੀ ਆਪਾਂ ਕਮਿਊਨੀਕੇਸ਼ਨ ਵਿੱਚ ਰਹਿੰਦੇ ਸੀ। ਆਪਣੀ ਫਾਈਲ ਦਾ ਸਟੇਟਸ ਵੀ ਕੁਛ ਵੀ ਹੈ ਸਕਰੀਨਸ਼ਾਟਸ ਭੇਜਦੇ ਕਿ ਆਹ ਦੇਖੋ ਫਾਈਲ ਦਾ ਸਟੇਟਸ, ਤੁਹਾਡਾ ਸਾਰਾ ਕੁਝ ਮੈਨੂੰ ਅਵੇਲੇਬਲ ਸੀ, ਇਮੀਡੀਏਟਲੀ ਅਵੇਲੇਬਲ ਹੋ ਜਾਂਦਾ ਸੀ। ਥੋੜਾ ਆਪਣੇ ਪ੍ਰੋਫਾਈਲ ਬਾਰੇ ਦੱਸੋ, ਬਿਕੋਜ਼ ਤੁਸੀਂ ਮਰਚੈਂਟ ਨੇਵੀ 'ਚ ਹੈਗੇ ਹੋ, ਰਾਈਟ? ਕੋਈ ਟਰੈਵਲ ਨੂੰ ਲੈ ਕੇ ਜਿਵੇਂ ਸਾਡੇ ਕੋਲ ਹੋਰ ਐਕਸਪ੍ਰੈਸ ਐਂਟਰੀ ਦੇ ਐਪਲੀਕੈਂਟ ਵੀ ਆਉਂਦੇ ਆ, ਹੈ ਨਾ, ਜਿਹੜੇ ਕਿ ਮਰਚੈਂਟ ਨੇਵੀ ਪ੍ਰੋਫਾਈਲ ਦੇ ਹੈਗੇ, ਕਿਸੇ ਤਰੀਕੇ ਨਾਲ ਲੱਗਿਆ ਕਿ ਕੁਝ ਕੰਪਲੈਕਸਿਟੀ ਹੋ ਸਕਦੀ ਹੈ ਇਸ ਪ੍ਰੋਫਾਈਲ ਨੂੰ ਲੈ ਕੇ? ਹਾਂਜੀ, ਕਿਉਂਕਿ ਮੈਂ ਮਰਚੈਂਟ ਨੇਵੀ ਜੌਬ ਕਰਨਾ ਬਹੁਤ ਜ਼ਿਆਦਾ ਆਲਰੇਡੀ ਟਰੈਵਲ ਕਰਨਾ ਵਾ, ਤੇ ਕਈ ਵਾਰ ਸਾਨੂੰ ਜਦੋਂ ਆਹੀ ਆਪ ਫਾਰਮ ਵਗੈਰਾ ਫਿਲ ਕਰੀਦਾ ਤਾਂ ਸਾਨੂੰ ਕਲੀਅਰਲੀ ਪਤਾ ਨਹੀਂ ਲੱਗਦਾ ਕਿ ਕਿੱਦਾਂ ਡੇਟਸ ਸਾਰੀਆਂ ਅਰਾਈਵਲ ਡਿਪਾਰਚਰ ਡੇਟਸ ਕਿੱਦਾਂ ਨੂੰ ਇੱਕ ਇਮੀਗ੍ਰੇਸ਼ਨ ਆਫਿਸਰ ਨੂੰ ਕਿੱਦਾਂ ਉਹ ਸਮਝਾਉਣਾ ਹੈ। ਤੇ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਫਾਰਮਸ ਭਰੇ ਸੀ, ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨੇਸ਼ਨ ਕਰਤਾ ਇਹਨਾਂ ਨੇ ਵੱਲੋਂ। ਇੱਕ ਆਲਰੇਡੀ ਜਿਵੇਂ ਮੈਨੂੰ ਫਾਰਮਸ ਵਰਡ ਫਾਰਮੈਟ ਵਿੱਚ ਦਿੱਤੇ ਗਏ ਸੀ ਕਿ ਇਹਨਾਂ ਨੂੰ ਇਸ ਤਰ੍ਹਾਂ ਭਰਨਾ, ਤੇ ਉਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਐਮਬੈਸੀ ਨੂੰ ਸਬਮਿਟ ਕੀਤੇ ਸੀ। ਤੇ ਉਹਨਾਂ ਨੂੰ ਕਲੀਅਰਲੀ ਉਹਨਾਂ ਨੂੰ ਕੋਈ ਕੁਐਰੀ ਵਗੈਰਾ ਰੇਜ਼ ਨਹੀਂ ਹੋਈ ਕਿ ਉਹਨਾਂ ਨੂੰ ਸਮਝਣ 'ਚ ਪ੍ਰੋਬਲਮ ਆ ਰਹੀ। ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਮੇਰੀ ਟਰੈਵਲ ਹਿਸਟਰੀ ਉਹਨਾਂ ਨੂੰ ਵੀਜ਼ਾ ਆਫਿਸਰ ਨੂੰ ਐਕਸਪਲੇਨ ਕੀਤੀ। ਸੋ ਉਸ ਤੋਂ ਬਾਅਦ ਜਿੱਦਾਂ ਅਸੀਂ ਗੱਲ ਕਰੀਏ, ਬਿਕੋਜ਼ ਅਸੀਂ ਗੱਲ ਕੀਤੀ ਸੀ ਮੈਰਿਜ ਜਿਹੜੀ ਹੈਗੀ ਹੈ ਐਸਟੈਬਲਿਸ਼ਮੈਂਟ ਉਹਦੀ ਜਸਟੀਫਾਈ ਕਰਨੀ ਬਹੁਤ ਜ਼ਰੂਰੀ ਹੈ, ਬਿਕੋਜ਼ ਸਪਾਂਸਰਸ਼ਿਪ ਐਪਲੀਕੇਸ਼ਨ ਤੁਸੀਂ ਆਪ ਦੱਸਿਆ ਜਿਵੇਂ ਮੈਰਿਜ ਤੁਹਾਡੀ ਅਗਸਤ 'ਚ ਹੋਈ ਹੈ ਨਾ, ਜੂਨ 'ਚ ਹੋਈ ਹੈ। ਸੋ ਉਸ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਵਗੈਰਾ ਕਰਕੇ ਆਲਮੋਸਟ ਅਸੀਂ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਹੈ 3-4 ਮਹੀਨੇ ਦੇ ਅੰਦਰ ਅੰਦਰ ਤੁਹਾਡੀ ਐਪਲੀਕੇਸ਼ਨ ਸਬਮਿਟ ਹੋ ਗਈ। ਬਿਕੋਜ਼ ਇਹੋ ਜਿਹੀ ਐਪਲੀਕੇਸ਼ਨ ਦਾ ਸਭ ਤੋਂ ਵੱਡਾ ਜਿਹੜਾ ਕੁਐਸਚਨ ਮਾਰਕ ਹੁੰਦਾ ਹੈ ਉਹ ਰਿਲੇਸ਼ਨਸ਼ਿਪ ਨੂੰ ਲੈ ਕੇ ਹੀ ਹੁੰਦਾ ਹੈ ਨਾ, ਕਿ ਜੇ ਐਪਲੀਕੇਸ਼ਨ ਸਕਸੀਡ ਹੋਏਗੀ ਤੇ ਮੈਰਿਜ ਨੂੰ ਚੰਗੇ ਤਰੀਕੇ ਨਾਲ ਅਸੀਂ ਪ੍ਰੈਜ਼ੈਂਟ ਕੀਤਾ ਹੈ, ਦਿਸ ਇਜ਼ ਦਾ ਰੀਜ਼ਨ ਕਿ ਇਹ ਐਪਲੀਕੇਸ਼ਨ ਚੰਗੇ ਤਰੀਕੇ ਨਾਲ ਪ੍ਰੋਸੈਸ ਹੋ ਗਈ ਹੈ ਨਾ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਡਾਕੂਮੈਂਟੇਸ਼ਨ ਸੀਗੀ ਮੈਰਿਜ ਨੂੰ ਲੈ ਕੇ ਖਾਸ ਕਰਕੇ ਥੋਰੋ ਸੀਗੀ ਪੂਰੀ? ਬਿਲਕੁਲ ਥੋਰੋ ਸੀ। ਮੈਰਿਜ ਲਈ ਪਹਿਲਾਂ ਤੇ ਗਵਰਨਮੈਂਟ ਵੱਲੋਂ ਜੋ ਡਾਕੂਮੈਂਟਸ ਵਗੈਰਾ ਹੁੰਦੇ ਨੇ, ਮੈਰਿਜ ਸਰਟੀਫਿਕੇਟ ਹੋ ਗਿਆ, ਗੁਰਦੁਆਰੇ 'ਚ ਮੈਰਿਜ ਹੋਈ ਤਾਂ ਗੁਰਦੁਆਰੇ ਦਾ ਸਰਟੀਫਿਕੇਟ ਹੋ ਗਿਆ, ਦੈਨ ਜਿਵੇਂ ਆਧਾਰ ਕਾਰਡ ਤੇ ਐਡਰੈਸਿਸ ਵਾਈਫ ਹਸਬੈਂਡ ਦੇ ਸੇਮ, ਟੈਸਟੀਮਨੀਜ਼ ਆਫ ਰਿਲੇਟਿਵਸ ਰਿਸ਼ਤੇਦਾਰ ਦੋਨੋਂ ਸਾਈਡ ਦੇ, ਫੋਟੋਗ੍ਰਾਫ ਦੀ ਐਕਸਪਲੇਨੇਸ਼ਨ ਵਟ ਕੀ ਚੱਲ ਰਿਹਾ ਫੋਟੋਗ੍ਰਾਫ ਵਿੱਚ, ਕੌਣ ਮੌਜੂਦ ਹੈ, ਕਿੱਥੇ ਦੀ ਹੈ, ਸਾਰਾ ਕੁਝ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ। ਤੇ ਡਿਫਰੈਂਟ ਸੈਰੇਮਨੀਜ਼, ਅਰੇਂਜ ਮੈਰਿਜ ਸੀ ਮੇਰੀ, ਤੇ ਇਸ ਲਈ ਬਹੁਤ ਸਾਰੀਆਂ ਸੈਰੇਮਨੀਜ਼ ਪ੍ਰੋਪਰ, ਜਿਵੇਂ ਇੱਕ ਸਿੱਖ ਮੈਰਿਜ ਹੁੰਦੀ ਹੈ ਪ੍ਰੋਪਰ ਪੂਰੀਆਂ ਸੈਰੇਮਨੀਜ਼ ਵਗੈਰਾ ਜੋ ਵੀ ਸੀ ਪੂਰੀ ਚੰਗੀ ਤਰ੍ਹਾਂ ਇਹਨਾਂ ਨੇ ਦੱਸਿਆ ਕਿੱਦਾਂ ਐਕਸਪਲੇਨ ਕਰਨੀ ਹੈ ਇਹਨਾਂ ਨੂੰ, ਕੀ ਸੈਰੇਮਨੀਜ਼ ਹੋਈਆਂ ਫਾਰਮਸ ਵਿੱਚ ਪੂਰਾ ਹੀ ਚੰਗੀ ਤਰ੍ਹਾਂ ਡਿਟੇਲ 'ਚ ਉਹਨਾਂ ਨੂੰ ਐਕਸਪਲੇਨ ਕੀਤਾ। ਈਵਨ ਕਿ ਅਸੀਂ ਮੈਰਿਜ ਸਾਡੀ ਲਾਈਵ ਸੀ ਤੇ ਉਹ ਵੀ ਇਹੀ ਲਿੰਕਸ ਵੀ ਵਿੱਚ ਡਰੋਪ ਕੀਤੇ ਸੀ ਉਹਨਾਂ ਦੀ ਐਪਲੀਕੇਸ਼ਨ, ਸੋ ਦੈਟ ਉਹਨਾਂ ਨੂੰ ਈਜ਼ ਹੋਵੇ ਵੀਜ਼ਾ ਆਫਿਸਰ ਨੂੰ ਡਾਇਰੈਕਟਲੀ ਦੇ ਕੈਨ ਗੋ ਔਨ YouTube ਐਂਡ ਵਾਚ ਦਾ ਮੈਰਿਜ। ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਆਪਾਂ ਪੂਰੀ ਮੈਰਿਜ ਦੀ ਜੈਨੂਇਨਨੈਸ, ਆਪਾਂ ਜੇ ਹਨੀਮੂਨ ਲਈ ਗਏ ਉੱਥੇ ਬਿਲਸ ਵਗੈਰਾ, ਮੈਰਿਜ ਜੋ ਸ਼ਾਪਿੰਗ ਕੀਤੀ, ਜੁਐਲਰੀ ਦੀ, ਕਲੋਥਸ ਦੀ, ਹੋਟਲ ਬਿਲਸ, ਟਰੈਵਲਿੰਗ, ਟੈਕਸੀਜ਼ ਦੇ ਸਾਰੇ ਬਿਲਸ ਅਸੀਂ ਇਹਨਾਂ ਨੇ ਦੱਸਿਆ ਸਾਨੂੰ ਕਿ ਇਸ ਚੀਜ਼ ਲੱਗੀ ਕਿ ਆਲਰੇਡੀ ਇਹ ਪ੍ਰੀਜ਼ਰਵ ਕਰਕੇ ਵੀ ਰੱਖੇ ਹੋਏ ਸੀ, ਤੇ ਵਧੀਆ ਤਰੀਕੇ ਨਾਲ ਅਰੇਂਜ ਕਰਕੇ ਡੇਟ ਵਾਈਜ਼ ਸਾਰਾ ਵਧੀਆ ਇਹਨਾਂ ਨੂੰ ਕੰਪਾਈਲ ਕਰਕੇ ਫਾਈਲ ਅਸੀਂ ਅਪਲੋਡ ਕੀਤੀ ਸੀ। ਤੇ ਬਹੁਤ ਈਜ਼ੀ ਹੋਈ, ਕੋਈ ਵੀ ਉਹਨਾਂ ਨੂੰ ਐਮਬੈਸੀ ਵੱਲੋਂ ਕੋਈ ਸਾਨੂੰ ਫਰਦਰ ਰਿਕੁਆਇਰਮੈਂਟਸ ਕੋਈ ਉਹਨਾਂ ਨੇ ਕੁਐਰੀ ਨਹੀਂ ਆਈ ਕਿ ਤੁਹਾਡੀ ਡਾਕੂਮੈਂਟੇਸ਼ਨ ਇਨਕੰਪਲੀਟ ਹੈ, ਡਾਊਟ ਉਹਨਾਂ ਨੂੰ ਕਦੀ ਵੀ ਹੋਇਆ ਨਹੀਂ ਇਹਦੇ 'ਚ ਕਿ ਮੈਰਿਜ ਦੀ ਜੈਨੂਇਨਨੈਸ ਨੂੰ ਲੈ ਕੇ। ਸੋ ਦੋਸਤੋ ਇੱਥੇ ਮੈਂ ਐਡ ਨੂੰ ਕਰਨਾ ਚਾਹਾਂਗਾ, ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਕੋਈ ਅਸੀਂ ਬਿਲਡਿੰਗ ਖੜੀ ਕਰਨੀ ਹੈ, ਮਲਟੀਪਲ ਸਟੋਰੀਜ਼ ਦੀ ਬਿਲਡਿੰਗ ਖੜੀ ਕਰਨੀ ਹੈ, ਸੋ ਜੇ ਉਹਦੀ ਫਾਊਂਡੇਸ਼ਨ ਜਿਹੜੀ ਹੈਗੀ ਹੈ ਸਟਰੋਂਗ ਨਹੀਂ ਹੋਏਗੀ, ਮਜ਼ਬੂਤ ਨਹੀਂ ਹੋਏਗੀ, ਤੇ ਅਲਟੀਮੇਟਲੀ ਬਿਲਡਿੰਗ ਕਦੇ ਵੀ ਕੋਲੈਪਸ ਕਰ ਸਕਦੀ ਹੈ। ਸੋ ਸੇਮ ਕੋਈ ਵੀ ਇਮੀਗ੍ਰੇਸ਼ਨ ਐਪਲੀਕੇਸ਼ਨ ਹੈਗੀ ਹੈ, ਖਾਸ ਕਰਕੇ ਸਪਾਊਸਲ ਐਪਲੀਕੇਸ਼ਨ ਦੀ ਇਹਨਾਂ ਦੇ ਕੇਸ 'ਚ ਗੱਲ ਕਰਾਂਗੇ, ਸੋ ਉਹਦਾ ਫਾਊਂਡੇਸ਼ਨ ਜਿਹੜੀ ਹੈਗੀ ਹੈ, ਜਿਵੇਂ ਇਹਨਾਂ ਨੇ ਕਿਹਾ ਕਿ ਮੈਰਿਜ ਦੇ ਜਿਹੜੇ ਡਾਕੂਮੈਂਟ ਹੈਗੇ ਆ, ਪਿਕਚਰਸ ਤੋਂ ਲੈ ਕੇ ਇਹਨਾਂ ਦੇ ਟਰੈਵਲਿੰਗ ਤੋਂ ਲੈ ਕੇ ਡਿਟੇਲਸ ਤੋਂ ਲੈ ਕੇ ਕਿੱਥੇ ਰੁਕੇ ਸੀਗੇ, ਕਿਹੜੇ ਹੋਟਲ 'ਚ ਗਏ ਸੀਗੇ, ਉੱਥੋਂ ਦੇ ਬਿੱਲ, ਇਹਨਾਂ ਦੀ ਚੈਟ, ਇੰਸਟਾਗ੍ਰਾਮ ਸਟੋਰੀਜ਼, ਕਿਉਂਕਿ ਬਹੁਤ ਮਲਟੀਪਲ ਚੀਜ਼ਾਂ ਇਸ ਫਾਈਲ 'ਚ ਜਾਂਦੀਆਂ। ਸੋ ਇੱਕ ਕੰਪਲੈਕਸ ਐਪਲੀਕੇਸ਼ਨ ਇਹ ਹੋ ਸਕਦੀ ਹੈ ਜੇ ਇਹ ਸਭ ਚੀਜ਼ਾਂ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਨਾ ਕੀਤੀਆਂ ਜਾਣ। ਸੋ ਫਾਈਨਲੀ ਤੁਹਾਨੂੰ ਬਹੁਤ ਮੁਬਾਰਕਾਂ, ਤੁਸੀਂ ਸਾਰੀ ਕੰਪਲੈਕਸਿਟੀ ਕੱਢ ਕੇ ਸੇਲ ਥਰੂ ਹੋ ਗਏ ਹੋ, ਤੇ ਫਾਈਨਲੀ ਤੁਹਾਡਾ ਜਿਹੜਾ ਜਹਾਜ਼ ਹੈ ਹੁਣ ਆਪਣੀ ਮੰਜ਼ਿਲ ਤੇ ਪਹੁੰਚ ਜਾਏਗਾ ਬਹੁਤ ਜਲਦੀ। ਤੇ ਕਦੋਂ ਟਰੈਵਲ ਕਰਨ ਜਾ ਰਹੇ ਹੋ ਕੈਨੇਡਾ? ਮੇਰਾ ਤੇ ਪਲਾਨ ਫਸਟ ਵੀਕ ਆਫ ਜੁਲਾਈ
ਹਾਂ ਹੁਣ ਬਸ ਅਨਦਰ 2 ਵੀਕਸ ਬਾਅਦ Okay. ਪਲਾਨ ਕਰ ਰਿਹਾ ਮੈਂ ਟਰੈਵਲ ਕਰਨ ਦੀ ਕੈਨੇਡਾ। ਚਲੋ ਬਹੁਤ ਬਹੁਤ ਮੁਬਾਰਕਾਂ। ਸੋ ਦੋਸਤੋ, ਜੇ ਤੁਸੀਂ ਇਹ ਵੀਡੀਓ ਇਸ ਟਾਈਮ ਸਾਡੇ YouTube ਤੇ Facebook ਚੈਨਲ ਤੇ ਦੇਖ ਰਹੇ ਹੋ ਤਾਂ ਜ਼ਰੂਰ ਇਹਨੂੰ ਲਾਈਕ ਕਰੋ, ਸ਼ੇਅਰ ਕਰੋ ਆਪਣੇ ਜਿਹੜੇ ਫਰੈਂਡਸ ਹੈਗੇ, ਰਿਲੇਟਿਵਸ ਹੈਗੇ ਆ, ਸੋ ਦੈਟ ਕਿ ਜੇ ਤੁਹਾਡੇ ਸਰਕਲ 'ਚ ਵੀ ਕੋਈ ਇਹੋ ਜਿਹਾ ਐਪਲੀਕੈਂਟ ਹੈਗਾ ਜਿਹਨੇ ਫਿਊਚਰ 'ਚ ਇਸ ਤਰ੍ਹਾਂ ਦੀ ਐਪਲੀਕੇਸ਼ਨ ਪਲਾਨ ਕਰਨੀ ਹੈ ਸਪੋਜ਼ਲ ਸਪਾਂਸਰਸ਼ਿਪ ਦੀ, ਸੋ ਸਾਨੂੰ ਮਿਲ ਕੇ ਅਪਰੋਪਰੀਏਟ ਗਾਈਡੈਂਸ ਲੈ ਸਕਦੇ ਆ ਤੇ ਆਪਣੀ ਐਪਲੀਕੇਸ਼ਨ ਪ੍ਰੋਸੈਸ ਕਰਾ ਸਕਦੇ ਆ ਸਕਸੈਸਫੁਲੀ, ਜਿਵੇਂ ਵਰਿੰਦਰ ਜੀ ਦੀ ਐਪਲੀਕੇਸ਼ਨ ਪ੍ਰੋਸੈਸ ਹੋਈ ਹੈ ਤੇ ਇਹਨਾਂ ਨੂੰ ਫਾਈਨਲੀ ਕੈਨੇਡਾ ਦੀ PR ਮਿਲ ਗਈ ਹੈ। ਸੋ ਵਰਿੰਦਰ ਜੀ, once again many congratulations and best of luck for your future life in Canada. Thank you.